ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ। ਕਈ ਦਿਨਾਂ ਤੋਂ ਗੁਰਬਾਣੀ ਸ਼ਬਦ ਦੀ ਵਿਚਾਰ ਜਪ ਸ਼ਬਦ ਦੀ ਚੱਲਦੀ ਹੈ। ਪਾਤਸ਼ਾਹ ਦਾ ਬਚਨ ਹੈ, ਅਸੰਖ ਜਪ ਅਸੰਖ ਭਾਉ। ਇਸ ਮਿਰਤ ਲੋਕ ਦੇ ਅੰਦਰ ਜਿੰਨੇ ਵੀ ਧਾਰਮਿਕ ਲੋਕ ਹਨ ਤੇ ਜਿੰਨੀਆਂ ਵੀ ਉਹਨਾਂ ਧਾਰਮਿਕ ਲੋਕਾਂ ਦੁਆਰਾ ਬਣਾਈਆਂ ਗਈਆਂ ਮੱਤਾਂ ਹਨ, ਜਿਸ ਨੂੰ ਅਸੀਂ ਧਰਮ ਕਹਿੰਦੇ ਹਾਂ, ਵਾਸਤਵ ਦੇ ਵਿੱਚ ਉਹ ਮੱਤਾਂ ਨੇ। ਧਰਮ ਤਾਂ ਇੱਕੋ ਹੀ ਹੈ, ਸੱਚ। ਸਿੱਖ ਵੀ ਇੱਕ ਮੱਤ ਹੈ, ਸਿੱਖ ਕੋਈ ਧਰਮ ਨਹੀਂ। ਇਸੇ ਤਰ੍ਹਾਂ ਹੀ ਹਰ ਇੱਕ ਮੱਤ ਦਾ ਆਪੋ ਆਪਣਾ ਜਪ ਹੈ, ਤੋ ਸਿੱਖ ਮੱਤ ਦਾ ਵੀ ਆਪਣਾ ਜਪ ਹੈ। ਜਿਹੜੀਆਂ ਹੋਰ ਮੱਤਾਂ ਨੇ, ਮਤੰਤਰ ਹਨ, ਉਹਨਾਂ ਦੇ ਵੀ ਆਪੋ ਆਪਣੇ ਜਪ ਨੇ। ਪਾਤਸ਼ਾਹ ਕਹਿੰਦੇ ਅਸੰਖ ਜਪ, ਅਸੰਖਾਂ ਹੀ ਮੱਤਾਂ ਹਨ, ਫਿਰ ਉਹ ਅਸੰਖਾਂ ਹੀ ਉਹਨਾਂ ਦੇ ਜਪ ਹਨ, ਤੇ ਅਸੰਖਾਂ ਤਰੀਕਿਆਂ ਦੀ ਉਹਨਾਂ ਦੀ ਮਰਜ਼ਾਦਾ ਹੈ। ਸੋ ਆਪੋ ਆਪਣੀ ਮੱਤ ਦੇ ਸਭ ਦੇ ਜਪ ਹਨ। ਸੋ ਸਾਡੀ ਵੀ ਇੱਕ ਮੱਤ ਹੈ, ਜਿਸ ਨੂੰ ਗੁਰਬਾਣੀ 'ਚ ਗੁਰਮਤਿ ਆਖਿਆ। ਉਸ ਦਾ ਵੀ ਆਪਣਾ ਇੱਕ ਮੱਤ ਜਪ ਹੈ, ਉਹ ਬੜਾ ਨਿਰਾਲਾ ਹੈ। ਉਹ ਜਪ ਕੀ ਹੈ ਕਿ ਆਪਣੀ ਮਨ ਬੁੱਧੀ ਨੂੰ ਗੁਰਬਾਣੀ ਤੋਂ ਸੋਝੀ ਕਰਾਉਣੀ, ਕਿ ਆਪਣਾ ਮੂਲ ਪਛਾਣੇ। ਗੁਰਬਾਣੀ ਤੋਂ ਮਨ ਨੂੰ ਜਾਣਨ ਲਈ ਸੁਗਿਆਨ ਪ੍ਰਾਪਤ ਕਰਨਾ, ਇਹ ਜਪ ਹੈ। ਇਸ ਜਪ ਨੂੰ ਵਾਰ-ਵਾਰ ਜਪਣਾ ਬਹੁਤ ਜ਼ਰੂਰੀ ਹੈ। ਮਨ ਕੋਈ ਸੌਖਾ ਨਹੀਂ ਹੈ ਕਿ ਉਹਨੂੰ ਮਾਇਆ ਦੇ ਪਸਾਰੇ 'ਚੋਂ ਬਾਹਰ ਕੱਢਿਆ ਜਾਵੇ। ਜਪਣ ਦਾ ਭਾਵ ਹੈ ਕਿ ਬਾਰ-ਬਾਰ ਸਮਝਣਾ, ਕਿ ਹਰ ਇੱਕ ਪੱਖ ਦੀ ਸੋਝੀ ਆ ਜਾਵੇ। ਸੰਸਾਰ ਦੇ ਅੰਦਰ ਮਾਇਆ ਦੇ ਵਿੱਚ ਮਨ ਹੈ ਜਿਹੜਾ, ਉਹ ਫਸਿਆ ਹੋਇਆ, ਤੇ ਮਨ ਨੂੰ ਹਰ ਹੀਲੇ ਹਰ ਇੱਕ ਪੱਖ ਤੋਂ ਸਮਝਾਉਣਾ ਹੈ ਕਿ ਇਸ ਪਸਾਰੇ ਨੂੰ ਇਹ ਛੱਡੇ, ਇਹ ਚੋਂ ਬਾਹਰ ਨਿਕਲੇ। ਹੁਣ ਇੰਨਾ ਸੌਖਾ ਵੀ ਨਹੀਂ ਹੈ। ਜਿਵੇਂ ਅਸੀਂ ਸੰਸਾਰੀ ਤੌਰ ਤੇ ਸਾਨੂੰ ਕੋਈ ਚੀਜ਼ ਬੜੀ ਚੰਗੀ ਲੱਗਦੀ ਹੈ, ਪਰ ਸਾਨੂੰ ਉਹ ਇੰਨੀ ਜ਼ਿਆਦਾ ਚੰਗੀ ਲੱਗਦੀ ਹੈ, ਸਾਨੂੰ ਉਹਦੇ ਵਿੱਚੋਂ ਜਿਹੜਾ ਨੁਕਸਾਨ ਹੋ ਰਿਹਾ ਉਹਦਾ ਨਹੀਂ ਪਤਾ ਲੱਗ ਰਿਹਾ। ਪਰ ਨਾਲ ਸਾਡੇ ਇੱਕ ਵਿਅਕਤੀ ਐਸਾ ਖੜਾ ਹੈ ਜਿਹਨੂੰ ਪਤਾ ਹੈ ਕਿ ਇਹਨੂੰ ਇਸ ਚੀਜ਼ ਦਾ ਬਹੁਤ ਵੱਡਾ ਨੁਕਸਾਨ ਹੈ, ਪਰ ਹੁਣ ਇਹਨੂੰ ਇਹ ਚੰਗੀ ਲੱਗ ਰਹੀ ਹੈ, ਇਹ ਹਟਦਾ ਨਹੀਂ। ਉਹ ਸਾਨੂੰ ਵਾਰ-ਵਾਰ ਸਮਝਾਉਂਦਾ ਵੀ ਦੇਖ, ਇਹ ਜਿਹੜੀ ਤੇਰੀ ਵਸਤੂ ਹੈ, ਇਹ ਜਿਹੜੀ ਤੂੰ ਚੀਜ਼ ਖਾ ਰਿਹਾ ਹੈ ਜਾਂ ਪੀ ਰਿਹਾ ਹੈ ਜਾਂ ਪਹਿਨ ਰਿਹਾ ਹੈ, ਇਹ ਤੇਰੇ ਲਈ ਬਹੁਤ ਨੁਕਸਾਨਦਾਇਕ ਹੈ, ਪਰ ਪੀਣ ਵਾਲਾ ਤਾਂ ਮੰਨਦਾ ਨਹੀਂ। ਉਹਦੇ ਲਈ ਤਾਂ ਚੰਗੀ ਲੱਗਦੀ ਹੈ। ਜਿਵੇਂ ਅੱਜ ਨਸ਼ਿਆਂ ਦਾ ਰੌਲਾ ਪਾਉਂਦੇ ਆ ਵੀ ਨਸ਼ੇ ਖਾਣੇ ਮਾੜੇ, ਹੁਣ ਜਿਹੜਾ ਨਸ਼ਾ ਕਰ ਰਿਹਾ ਹੈ ਉਹਦੇ ਲਈ ਤਾਂ ਚੰਗਾ ਹੈ, ਪਰ ਦੂਸਰੇ ਜਿਹੜੇ ਜ਼ਿਆਦਾ ਗਿਆਨ ਰੱਖਦੇ ਉਹ ਕਹਿੰਦੇ ਵੀ ਮਾੜਾ ਹੈ, ਕਿਉਂਕਿ ਨਸ਼ੇ ਦਾ ਸਰੀਰ ਤੇ ਇਫੈਕਟ ਪੈਂਦਾ, ਸਰੀਰ ਖਰਾਬ ਹੁੰਦਾ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਨੇ ਉਹ ਸਾਡੀ ਆਤਮਾ ਦੀ ਗੱਲ ਕਰਦੇ ਆ ਵੀ ਜਿਹੜਾ ਤੂੰ ਮਾਇਆ ਦਾ ਮਦ ਪੀਂਦਾ, ਜਿਹੜੇ ਮਾਇਆ ਦਾ ਨਸ਼ਾ ਹੈ, ਇਹ ਵੀ ਤਾਂ ਇੱਕ ਨਸ਼ਾ ਹੈ। ਮਾਇਆ ਮਦ ਜੋ ਪੀਵਤੇ ਬਿਖਲੀ ਮਤ ਕੰਵਲੀ, ਇਹ ਵੀ ਮਤ ਨੂੰ ਖਰਾਬ ਕਰਦਾ, ਇਹ ਸਾਡੀ ਬੁੱਧੀ ਨੂੰ ਖਰਾਬ ਕਰਦਾ ਹੈ, ਸਾਡੀ ਆਤਮਾ ਨੂੰ ਖਰਾਬ ਕਰਦਾ ਹੈ। ਉਸ ਨਸ਼ੇ ਦਾ ਵੀ ਅਸੀਂ ਤਿਆਗ ਕਰਨਾ, ਪਰ ਉਸ ਨਸ਼ੇ ਦਾ ਤਾਂ ਅਸੀਂ ਤਿਆਗ ਹੀ ਨਹੀਂ ਕਰਦੇ। ਧਾਰਮਿਕ ਲੋਕ ਸੰਸਾਰੀ ਜਿਹੜਾ ਸਰੀਰ ਹੈ ਉਹਦੇ ਨਸ਼ਿਆਂ ਦਾ ਪ੍ਰਚਾਰ ਜ਼ਰੂਰ ਕਰਦੇ ਆ, ਪਰ ਜਿਹੜਾ ਉਹ ਆਤਮਿਕ ਨਸ਼ਾ ਉਹਦੀ ਉਹ ਖਾਣ ਬਾਰੇ ਕੋਈ ਵਿਚਾਰ ਨਹੀਂ ਕਰਦੇ। ਉਹ ਵੀ ਇੱਕ ਨਸ਼ਾ ਹੈ,
ਜੋ ਮਦ ਹੈ, ਉਸ ਮਦ ਦੇ ਵਿੱਚ ਤਾਂ ਅਸੀਂ ਮਸਤ ਹਾਂ। ਜੇ ਸਰੀਰਕ ਨਸ਼ਾ ਸਰੀਰ ਨੂੰ ਖਰਾਬ ਕਰ ਸਕਦਾ ਹੈ ਤਾਂ ਆਤਮਾ ਨੂੰ ਵੀ ਹੰਕਾਰ, ਕਾਮ, ਕ੍ਰੋਧ, ਲੋਭ, ਅਹੰਕਾਰ ਖਰਾਬ ਕਰਦੇ। ਇਸ ਕਰਕੇ ਹੇ ਮੇਰੇ ਮਨਾ, ਵਾਰ-ਵਾਰ ਗੁਰਬਾਣੀ ਤੋਂ ਸਮਝ। ਜਿਵੇਂ ਬਾਹਰਲੇ ਸਰੀਰ ਨੂੰ ਬਚਾਉਣ ਲਈ ਤੂੰ ਸੰਸਾਰ ਦੇ ਵਿੱਚੋਂ ਸਮਝਦਾ, ਇਸੇ ਤਰ੍ਹਾਂ ਆਤਮਾ ਨੂੰ ਵੀ ਬਚਾ ਇਹਨਾਂ ਵਿਕਾਰਾਂ ਤੋਂ। ਉਹਦੇ ਲਈ ਵੀ ਕੋਈ ਸਮਝ ਪ੍ਰਾਪਤ ਕਰ। ਕੱਲਾ ਲਿਖਿਆ ਹੋਇਆ ਪੜ੍ਹੀ ਨਾ ਚੱਲ। ਇਸ ਕਰਕੇ ਲਿਖੀ ਹੋਈ ਚੀਜ਼ ਨੂੰ ਬਾਰ-ਬਾਰ ਪੜ੍ਹਨਾ, ਜਪਣਾ ਨਹੀਂ ਹੈ, ਉਹ ਬਾਰ-ਬਾਰ ਪੜ੍ਹਿਆ ਜਾ ਰਿਹਾ ਹੈ। ਬਾਰ-ਬਾਰ ਜਪਣਾ ਹੁੰਦਾ ਕਿਸੇ ਲਿਖੀ ਹੋਈ ਗੱਲ ਨੂੰ ਸਮਝਣਾ, ਬਾਰ-ਬਾਰ ਸਮਝਣਾ, ਵੀ ਇਹਨੂੰ ਹਰ ਇੱਕ ਪੱਖ ਤੋਂ ਸਮਝਣਾ, ਹਰ ਇੱਕ ਐਂਗਲ ਤੋਂ ਸਮਝਣਾ। ਜਿਵੇਂ ਹੁਣ ਇਹੀ ਸ਼ਬਦ ਹੈ ਅਸੰਖ ਜਪ, ਇੰਨੇ ਕੁ ਜਪ ਨੂੰ, ਇੰਨੇ ਕੁ ਸ਼ਬਦ ਨੂੰ ਅਸੀਂ ਹਰ ਇੱਕ ਪੱਖ ਤੋਂ ਕਿਵੇਂ ਸਮਝਣਾ ਕਿ ਹੇ ਮੇਰੇ ਮਨਾ, ਵੀ ਜਿਹੜਾ ਜਪ ਤੂੰ ਕਰ ਰਿਹਾ ਹੈ, ਇਹੀ ਜਪ ਗੁਰਮੁਖਾਂ ਨੇ ਵੀ ਕੀਤਾ। ਜਪਦੇ ਤਾਂ ਗੁਰਮੁਖ ਵੀ ਨੇ, ਤੇ ਜਪਦਾ ਉਹੀ ਸ਼ਬਦ ਹੈ, ਉਹੀ ਉਹ ਜਪਦੇ, ਉਹੀ ਤੂੰ ਜਪਦਾ। ਪਰ ਉਹਨਾਂ 'ਚ ਅਰ ਤੇਰੇ 'ਚ ਕਿੰਨਾ ਫਰਕ ਹੈ? ਇਹ ਫਰਕ ਕਿਉਂ ਹੈ? ਇਹ ਫਰਕ ਸਾਡੇ 'ਚੋਂ ਮਿਟਣਾ ਚਾਹੀਦਾ ਹੈ। ਜੇ ਸਾਡੇ 'ਚੋਂ ਫਰਕ ਹੀ ਨਹੀਂ ਮਿਟ ਰਿਹਾ ਤਾਂ ਇਹਦਾ ਮਤਲਬ ਕਮੀ ਹੈ। ਸ਼ਬਦ ਉਹੀ ਹੈ, ਸਾਰਾ ਕੁਝ ਉਸੇ ਤਰ੍ਹਾਂ ਦੇ ਉਵੇਂ ਹੀ ਅਸੀਂ ਜਪ ਰਹੇ ਹਾਂ, ਪਰ ਸਾਡੀ ਅਵਸਥਾ 'ਚ ਤਾਂ ਫਰਕ ਹੈ। ਤਾਂ ਪਾਤਸ਼ਾਹ ਨੇ ਆਖਿਆ ਸੀ ਕਿ ਜਿਹੜੇ ਤੁਹਾਡੇ ਜਪ ਨੇ, ਜਿੰਨੇ ਵੀ ਹੋਰ ਮੱਤਾਂ ਵਾਲੇ ਜਪ ਕਰਦੇ ਆ, ਉਹਨਾਂ ਦੀ ਹਰ ਇੱਕ ਮੱਤ ਦੇ ਵਿੱਚ ਫਰਕ ਹੈ। ਇੱਕ ਦੂਜੇ ਨਾਲ ਨਾ ਤਾਂ ਉਹਨਾਂ ਦਾ ਇੱਕ ਦੂਜੇ ਦਾ ਜਪ ਰਲਦਾ ਤੇ ਨਾ ਉਹਨਾਂ ਦੀ ਮੱਤ ਰਲਦੀ ਹੈ। ਪਰ ਜਿਹੜਾ ਸਾਡੇ ਕੋਲ ਜਪ ਹੈ, ਗੁਰਮਤਿ ਦਾ ਜਪ ਹੈ, ਜਿਹਨੂੰ ਅਸੀਂ ਜਪਦੇ ਹਾਂ, ਸਾਡੀ ਇੱਕੋ ਹੀ ਮੱਤ ਹੈ, ਇੱਕੋ ਹੀ ਸਾਡਾ ਜਪ ਹੈ। ਜਿਹੜਾ ਜਪ ਸ੍ਰੀ ਭਗਤ ਧਰੂ ਜੀ ਨੇ ਕੀਤਾ ਸੀ, ਪ੍ਰਹਲਾਦ ਜੀ ਨੇ ਕੀਤਾ ਸੀ, ਉਹੀ ਕਬੀਰ ਸਾਹਿਬ ਜਪ ਕਰਦੇ ਆ, ਉਹੀ ਨਾਮਦੇਵ ਜੀ ਕਰਦੇ ਆ, ਉਹੀ ਭਗਤ ਧੰਨਾ ਜੀ ਪਾਤਸ਼ਾਹ ਕਰਦੇ ਆ, ਉਹੀ ਗੁਰੂ ਨਾਨਕ ਸਾਹਿਬ ਕਰਦੇ ਆ, ਉਹੀ 10ਵੇਂ ਪਾਤਸ਼ਾਹ ਕਰਦੇ ਆ। ਉਹਨਾਂ ਦਾ ਸਾਰਿਆਂ ਦਾ ਇੱਕੋ ਹੀ ਜਪ ਹੈ, ਪਰ ਦੂਜਿਆਂ ਦਾ ਜਪ ਸਾਰਿਆਂ ਦਾ ਬਦਲਦਾ। ਅੱਜ ਸਿੱਖ ਮੱਤ ਦੇ ਅੰਦਰ ਵੀ ਜਪ ਵੱਖੋ ਵੱਖਰੇ, ਕੋਈ ਕਹਿੰਦਾ ਇਸ ਤਰ੍ਹਾਂ ਜਪੋ, ਕੋਈ ਕਹਿੰਦਾ ਆਹ ਜਪੋ, ਕੋਈ ਕਹਿੰਦਾ ਉਹ ਜਪੋ, ਜਦ ਕਿ ਗੁਰਬਾਣੀ ਆਗਿਆ ਨਹੀਂ ਦੇ ਰਹੀ। ਗੁਰਬਾਣੀ ਕਹਿੰਦੀ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ। ਹੁਣ ਇਹ ਸਾਰੀ ਬਾਣੀ ਗੋਬਿੰਦ ਦੀ ਹੋਈ ਹੈ, ਫਿਰ ਇਹ ਸਾਰੀ ਨੂੰ ਹੀ ਜਪ, ਫਿਰ ਭਾਵ ਕਿ ਸਾਰੀ ਨੂੰ ਹੀ ਸਮਝ, ਸਾਰੀ ਤੋਂ ਹੀ ਪਤਾ ਲੱਗੂਗਾ। ਪਰ ਜੇ ਤੈਨੂੰ ਇੱਕ ਗੱਲ ਦਾ ਕਿਸੇ ਦਾ ਪਤਾ ਲੱਗ ਗਿਆ ਤਾਂ ਫਿਰ ਤੈਨੂੰ ਸਾਰੀ ਗੱਲ ਦਾ ਹੀ ਪਤਾ ਲੱਗ ਜਾਂਦਾ। ਜੇ ਅਸੀਂ ਸੂਰਦਾਸ ਪਾਤਸ਼ਾਹੀ ਦਾ ਇੱਕ ਸ਼ਬਦ ਹੈ ਗੁਰਬਾਣੀ ਦੇ ਅੰਦਰ, ਜੇ ਸਾਨੂੰ ਉਸੇ ਸ਼ਬਦ ਦੀ ਸਮਝ ਆ ਜਾਵੇ ਤਾਂ ਸਾਨੂੰ ਸਾਰੀ ਗੁਰਬਾਣੀ ਦੀ ਸਮਝ ਆ ਜਾਵੇ। ਨਾਨਕ ਲੇਖੈ ਇੱਕ ਗੱਲ, ਬਸ ਇੱਕ ਗੱਲ ਦਾ ਪਤਾ ਲੱਗ ਜਾਵੇ ਵੀ ਜਿਹੜੀ ਲੇਖੇ 'ਚ ਪੈਂਦੀ ਹੈ। ਹੋਰ ਹਉਮੈ ਚੱਖਣਾ ਚ, ਬਾਕੀ ਸਾਰਾ ਕੁਝ ਪਾਤਸ਼ਾਹ ਕਹਿੰਦੇ ਹਉਮੈ ਦਾ ਪਲੀਤਾ ਖੜਾ ਕੀਤਾ ਹੈ, ਹਉਮੈ ਦਾ ਪੁਲੰਦਾ ਖੜਾ ਕੀਤਾ ਹੈ। ਇੱਕ ਹੋਣ ਦੀ ਗੱਲ ਦਾ ਪਤਾ ਲੱਗ ਜਾਵੇ ਵੀ ਉਹ ਕਿਹੜੀ ਗੱਲ ਹੈ ਜਿਹੜੀ ਇੱਕ ਕਰਦੀ ਹੈ। ਜਿਹੜੀ ਆਤਮਾ ਪ੍ਰਾਤਮਾ ਇੱਕੋ ਕਰੇ, ਉਹ ਕਿਹੜੀ ਗੱਲ ਹੈ, ਉਹ ਸੁਗਿਆਨ ਸਾਨੂੰ ਚਾਹੀਦਾ, ਉਹ ਗੁਰਬਾਣੀ ਚ ਪਿਆ। ਸੋ ਮਨ ਨੂੰ ਹਰ ਇੱਕ ਪੱਖ ਤੋਂ ਅਸੰਖ ਜਪ, ਵੀ ਉਹ ਵੀ ਤਾਂ ਜਪ ਕਰਦੇ ਆ, ਮਨ ਤੂੰ ਵੀ ਜਪ ਕਰਦਾ, ਇਹਦੀ ਵਿਚਾਰ ਕਰ ਹਰ ਇੱਕ ਪੱਖ ਤੋਂ। ਉਵੇਂ ਤੂੰ ਕਰਕੇ ਦੇਖ ਕਿ ਤੈਨੂੰ ਉਹਦੇ ਚੋਂ ਕੀ ਰਿਜ਼ਲਟ ਮਿਲ ਰਿਹਾ। ਜੇ ਨਹੀਂ ਰਿਜ਼ਲਟ ਮਿਲ ਰਿਹਾ, ਉਹ ਛੱਡੀ ਚੱਲ। ਜਿਹੜੀ ਚੀਜ਼ ਚੋਂ ਤੈਨੂੰ ਰਿਜ਼ਲਟ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਉਸ ਚੀਜ਼ ਨੂੰ ਧਾਰਨ ਕਰ। ਉਹ ਹੈ ਗੁਰਮਤਿ ਦਾ ਜਪ।
ਸੋ ਇੰਨਾ ਸੌਖਾ ਵੀ ਨਹੀਂ ਹੈ ਇਹ ਗੱਲ। ਠੀਕ ਹੈ, ਗੁਰਬਾਣੀ 'ਚ ਪਾਤਸ਼ਾਹ ਨੇ ਲਿਖਿਆ ਵੀ ਜਨ ਨਾਨਕ ਕੇ ਖੇਲ ਕਠਨ ਹੈ, ਬੜਾ ਔਖਾ ਹੈ। ਜਿਹੜਾ ਨਿਰਾਕਾਰੀ ਜਪ ਕਰਨਾ ਬਹੁਤ ਔਖਾ ਹੈ। ਤਾਂ ਹੀ ਪਾਤਸ਼ਾਹ ਨੇ ਲਿਖਿਆ ਨਾ ਵੀ ਆਖਣ ਔਖਾ ਸਾਚਾ ਨਾਉ, ਬਹੁਤ ਔਖਾ ਹੈ, ਐਡੀ ਸੌਖੀ ਗੱਲ ਨਹੀਂ ਹੈ। ਉਹ ਸੱਚਾ ਨਾਉ ਆਖਣਾ ਬਹੁਤ ਔਖਾ। ਗੁਰਬਾਣੀ ਤਾਂ ਅਸੀਂ ਮਿੰਟ 'ਚ ਕਹਿ ਦਿੰਦੇ ਹਾਂ ਵਾਹਿਗੁਰੂ, ਪਲਕ ਲੱਗਦੀ ਹੈ, ਪਰ ਪਾਤਸ਼ਾਹ ਕਹਿੰਦੇ ਵੀ ਬੜਾ ਔਖਾ ਹੈ। ਅਸਲ ਵਿੱਚ ਉਹ ਜਪ ਕਰਨਾ ਹੀ ਬਹੁਤ ਔਖਾ ਹੈ। ਪਹਿਲਾਂ ਉਸ ਜਪ ਨੂੰ ਕਰਨ ਤੋਂ ਪਹਿਲਾਂ ਉਹਦੇ ਬਾਰੇ ਪਤਾ ਤਾਂ ਹੋਵੇ, ਅੰਦਰ ਇੱਛਾ ਤਾਂ ਪੈਦਾ ਹੋਵੇ ਨਾ ਵੀ ਮੈਂ ਇਹ ਜਪ ਕਰਨਾ ਹੈ। ਪਹਿਲਾਂ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਜੇ ਸਾਡੇ ਅੰਦਰ ਕਿਸੇ ਚੀਜ਼ ਦੀ ਇੱਛਾ ਪੈਦਾ ਹੁੰਦੀ ਹੈ ਤਾਂ ਹੀ ਅਸੀਂ ਉਸ ਚੀਜ਼ ਨੂੰ ਪ੍ਰਾਪਤ ਕਰਨ ਵਾਸਤੇ ਕੋਈ ਉਦਮ ਕਰਦੇ ਹਾਂ। ਸੋ ਸੌਖਾ ਨਹੀਂ ਹੈ। ਪਾਤਸ਼ਾਹ ਕਹਿੰਦੇ ਕਿ ਮਨ ਨੂੰ ਮਾਇਆ ਚੋਂ ਬਾਹਰ ਕੱਢ ਲੈਣਾ, ਤੇ ਮਨ ਨੂੰ ਹਰ ਮਾਇਆ ਚੋਂ ਕੱਢਣ ਦੇ ਲਈ ਸਭ ਤੋਂ ਜ਼ਰੂਰੀ ਹੈ ਜਪ ਕਰਨਾ। ਜਿਵੇਂ ਪਾਤਸ਼ਾਹ ਕਹਿੰਦੇ ਬਾਰੰਬਾਰ ਬਾਰ ਪ੍ਰਭ ਜਪੀ ਹੈ, ਪ੍ਰਭ ਨੂੰ ਜਪਣਾ ਹੈ। ਉੱਥੇ ਕੀ ਹੈ? ਰਾਮ ਜਪੋ ਜੀ ਐਸੇ ਐਸੇ, ਉੱਥੇ ਰਾਮ ਇੱਥੇ ਪ੍ਰਭ, ਇੱਕੋ ਹੀ ਗੱਲ ਹੈ। ਚਾਹੇ ਰਾਮ ਕਹਿ ਦਿਓ ਚਾਹੇ ਪ੍ਰਭ ਕਹਿ ਦਿਓ, ਇੱਕੋ ਹੀ ਗੱਲ ਹੈ। ਪਰ ਪ੍ਰਭੂ ਨਹੀਂ ਹੈ, ਪ੍ਰਭੂ ਨੂੰ ਨਹੀਂ ਜਪਿਆ ਜਾਂਦਾ। ਪ੍ਰਭੂ ਕੋਲੋਂ ਤਾਂ ਸੋਝੀ ਆਉਂਦੀ ਹੈ, ਪ੍ਰਭ ਨੂੰ ਜਪਿਆ ਜਾਂਦਾ। ਪ੍ਰਭ ਹੈ ਸਾਡਾ ਆਪਣਾ ਮੂਲ, ਸਾਡਾ ਆਪਣਾ ਸੁੰਦਰ ਸਰੂਪ, ਸਾਡਾ ਆਪਣਾ ਨਿੱਜ ਸਰੂਪ। ਉਹਨੂੰ ਅਸੀਂ ਜਾਣਨਾ, ਅਸੀਂ ਆਪਣੇ ਪਿਓ ਨੂੰ ਹੀ ਜਾਣਨਾ। ਸਾਤੋਂ ਸਾਡਾ ਪਿਓ ਵਿਸਰਿਆ ਹੋਇਆ, ਵਿਸਰਿਆ ਜਿਨੀ ਨਾਮ, ਜਿਹੜਾ ਨਾਮ ਹੈ ਉਹ ਸਾਡਾ ਪਿਓ ਹੈ, ਉਹ ਸਾਤੋਂ ਵਿਸਰਿਆ ਹੋਇਆ, ਅਸੀਂ ਉਹਨੂੰ ਵਿਸਾਰਤਾ। ਗੁਰਬਾਣੀ ਸਾਨੂੰ ਚੇਤਾ ਕਰਾਉਂਦੀ ਹੈ, ਗੁਰਦੇਵ ਮਾਤਾ ਗੁਰਦੇਵ ਪਿਤਾ। ਤੇਰਾ ਮਾਤਾ ਪਿਤਾ ਗੁਰਦੇਵ ਹੈ, ਇੱਕੋ ਹੀ ਹੈ, ਦੋ ਨਹੀਂ। ਉਹਦੀ ਜਾਣਕਾਰੀ ਗੁਰਬਾਣੀ 'ਚ ਹੈ। ਭਾਵ ਪ੍ਰਭ ਆਪਣੇ ਮੂਲ ਨੂੰ ਬਾਰ-ਬਾਰ ਜਪੀਐ, ਉਹਨੂੰ ਸਮਝੀਏ। ਇਹ ਹੁਣ ਜਪਿਆ ਕਿੱਥੇ ਜਾਂਦਾ? ਸਵਾਲ ਇਹ ਵੀ ਹੈ। ਹੁਣ ਜਪਦੇ ਤਾਂ ਸੰਸਾਰੀ ਲੋਕ ਵੀ ਨੇ, ਜਿਹੜੇ ਸੰਸਾਰੀ ਧਾਰਮਿਕ ਨੇ, ਜਪਦੇ ਨਿਰਾਕਾਰੀ ਧਾਰਮਿਕ ਲੋਕ ਵੀ ਨੇ। ਉਹਨਾਂ ਦਾ ਜਪਣਾ ਕੀ ਹੈ ਤੇ ਸੰਸਾਰੀ ਧਾਰਮਿਕ ਲੋਕਾਂ ਦਾ ਜਪਣਾ ਕੀ ਹੈ, ਆਪਾਂ ਉਹ ਵੀ ਗੁਰਬਾਣੀ ਤੋਂ ਪੁੱਛਾਂਗੇ। ਆਪਾਂ ਆਪਣੇ ਵੱਲੋਂ ਕੁਛ ਨਹੀਂ ਗੱਲ ਕਰਨੀ। ਜਿਹੜਾ ਨਿਰਾਕਾਰੀ ਗੁਰਮੁਖ ਨੇ ਉਹ ਜਪਦੇ ਨੇ ਜਪ ਹਰ ਹਿਰਦੇ ਮਾਹੇ। ਉਹ ਹਿਰਦੇ 'ਚ ਜਪਦੇ ਆ, ਕਿਉਂਕਿ ਪ੍ਰਭ ਹੈ ਹੀ ਹਿਰਦੇ 'ਚ, ਬਾਹਰ ਮਾਇਆ 'ਚ ਤਾਂ ਹੈ ਨਹੀਂ ਗਾ। ਮਾਇਆ 'ਚ ਤਾਂ ਸੋਝੀ ਮਿਲਦੀ ਹੈ, ਮਾਇਆ 'ਚ ਤਾਂ ਗਿਆਨ ਮਿਲਦਾ ਕਿ ਉਹਨੂੰ ਜਪਣਾ ਕਿਵੇਂ, ਉਹਨੂੰ ਸਮਝਣਾ ਕਿਵੇਂ। ਗੁਰਬਾਣੀ ਮਾਇਆ 'ਚ ਹੈ। ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਤੇਰਾ ਜਿਹੜਾ ਪ੍ਰਭ ਹੈ ਉਹ ਹਿਰਦੇ 'ਚ ਬੈਠਾ, ਉਹਨੂੰ ਜਾ ਕੇ ਸਮਝ, ਉਹਨੂੰ ਜਪ। ਬਸੀ ਰੱਬ ਹਿਆਲੀ ਹੈ, ਉਹ ਤਾਂ ਹਿਰਦੇ 'ਚ ਬੈਠਾ। ਕਹਿੰਦੇ ਉਹਦੇ ਕੋਲ ਤੂੰ ਜਾ, ਉਹਨੂੰ ਸਮਝ, ਉਹਦੀ ਵਿਚਾਰ ਕਰ, ਉਹਦੇ ਨਾਲ ਸਾਂਝ ਪਾ। ਉਹ ਹੈ ਬਾਰ-ਬਾਰ ਜਪਣਾ। ਭਾਵ ਕਿ ਬਾਰ-ਬਾਰ ਪਹਿਲਾਂ ਸਮਝ ਪ੍ਰਾਪਤ ਕਰ, ਫਿਰ ਪ੍ਰਭ ਦੇ ਕੋਲ ਜਾ ਕੇ ਜਪੀਐ, ਫਿਰ ਉਹਦੀ ਸਲਾਹ ਨਾਲ ਸਲਾਹ ਰਲਾਉਣੀ ਹੈ। ਉਹ ਹਿਰਦੇ ਵਿੱਚ ਹੀ ਜਪਿਆ ਜਾਂਦਾ ਹੈ। ਤੇ ਜਦੋਂ ਹੁਣ ਹਿਰਦੇ 'ਚ ਜਪਦੇ ਨੇ ਜਿਹੜੇ ਗੁਰਮੁਖ, ਉਹਨਾਂ ਦੀ ਜਿਹੜੀ ਅਵਸਥਾ ਹੈ ਉਹ ਸਾਡੇ ਸਾਹਮਣੇ ਹੈ। ਪਾਤਸ਼ਾਹੀਆਂ ਨੇ, ਭਗਤ ਸਾਹਿਬਾਨ ਨੇ, ਬੇਅੰਤ ਗੁਰਸਿੱਖ ਹੋਏ ਨੇ, ਅੱਜ ਵੀ ਨੇ। ਪਰ ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਜੀਭ ਨਾਲ ਜਪਦੇ, ਜਦ ਕਿ ਜੀਭ ਨਾਲ ਜਪਿਆ ਨਹੀਂ ਜਾਂਦਾ, ਜੀਭ ਨਾਲ ਪੜ੍ਹਿਆ ਜਾਂਦਾ ਹੈ। ਜੀਭ ਦੇ ਦੁਆਰਾ ਕੋਈ ਚੀਜ਼ ਹੈ ਜਿਹੜੀ ਪੜ੍ਹਦੀ ਹੈ, ਜੀਭ ਵੀ ਨਹੀਂ ਪੜ੍ਹਦੀ, ਜੀਭ ਦੇ ਦੁਆਰਾ ਕੋਈ ਪੜ੍ਹਦਾ। ਅਸਲ ਵਿੱਚ ਜਿਹੜੀ ਸਾਡੇ ਕੋਲ ਜੀਭ ਹੈ, ਇਹਦੇ ਦੁਆਰਾ ਤਾਂ ਅਸੀਂ ਲਿਖਤ ਨੂੰ ਪੜ੍ਹਨਾ ਸੀ।
ਜੋ ਅਸੀਂ ਲਿਖਿਆ ਪੜ੍ਹਿਆ ਉਹਨੂੰ ਜਿਹੜਾ ਜਪਣਾ ਹੈ, ਉਹ ਜਪਣ ਦਾ ਕੰਮ ਸਾਡੀ ਬੁੱਧੀ ਦਾ ਹੈ। ਪਹਿਲਾਂ ਬੁੱਧੀ ਨੇ ਲਿਖਿਆ, ਕੁਛ ਪੜ੍ਹਿਆ, ਪੜ੍ਹ ਕੇ ਫਿਰ ਉਹਨੂੰ ਬੁੱਧੀ ਨੇ ਜਪਣਾ ਹੈ, ਸਮਝਣਾ ਹੈ। ਜਿਵੇਂ ਜਿਵੇਂ ਉਹ ਜਪਦੀ ਹੈ ਤਿਵੇਂ ਤਿਵੇਂ ਉਹ ਤਪ ਕਰਦੀ ਹੈ, ਭਾਵ ਕਿ ਉਹ ਮੰਨਦੀ ਹੈ ਉਸ ਗੱਲ ਨੂੰ ਵੀ ਹਾਂ ਜੋ ਗੁਰਬਾਣੀ 'ਚ ਲਿਖਿਆ ਸੱਚ ਹੈ। ਲਿਖੀ ਹੋਈ ਗੱਲ ਨੂੰ ਮੰਨ ਲੈਣਾ ਇਹ ਤਪ ਹੈ। ਫਿਰ ਸੰਜਮ ਹੈ ਕਿ ਮੰਨ ਕੇ ਉਹਦੇ ਤੇ ਚੱਲਣਾ ਹੈ, ਕੋਈ ਭੈ ਨਹੀਂ ਰੱਖਣਾ ਕਿਸੇ ਕਿਸਮ ਦਾ। ਵੀ ਗੁਰਬਾਣੀ ਨੇ ਕਹਿਤਾ ਕੰਮ ਕਰਨਾ ਤਾਂ ਕਰਨਾ, ਕੋਈ ਡਰ ਨਹੀਂ ਹੈ। ਉਸ ਤੋਂ ਬਾਅਦ ਫਿਰ ਧਰਮ ਸ਼ੁਰੂ ਹੁੰਦਾ ਹੈ। ਫਿਰ ਆਉਂਦੀ ਹੈ ਤੁਰ ਕੀ ਬਾਣੀ, ਫਿਰ ਆਉਂਦੀ ਹੈ ਜਾਮ ਗੁਰੂ ਹੋਏ ਵੱਲ, ਫਿਰ ਗੁਰੂ ਆ ਕੇ ਬਰਾਬਰ ਖੜਦਾ। ਲੱਖ ਵਾਹੇ ਕਿਆ ਕੀਜੈ, ਫਿਰ ਭਾਵੇਂ ਕੋਈ ਲੱਖਾਂ ਹੀ ਅੱਗੋਂ ਤਰਕਾਂ ਕਰੇ, ਲੱਖਾਂ ਹੀ ਸਵਾਲ ਇਕੱਠੇ ਕਰਕੇ ਅੱਗੇ ਰੱਖ ਦੇਵੇ, ਤਾਂ ਗੁਰਮੁਖ ਇੱਕ ਸਕਿੰਟ 'ਚ ਜਵਾਬ ਦੇ ਦਿੰਦਾ ਹੈ। ਉਹਨਾਂ ਲੱਖਾਂ ਬੰਦਿਆਂ ਦੇ ਕਹੇ ਹੋਏ ਸਵਾਲਾਂ ਨੂੰ ਰੱਦ ਕਰ ਦਿੰਦਾ। ਰੱਦੀ ਕੀਤੇ ਤਾਂ ਹੀ ਪਾਤਸ਼ਾਹ ਨੇ ਆਖਿਆ ਨਾ, ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ। ਦਸਵੇਂ ਪਾਤਸ਼ਾਹ ਵੀ ਕਹਿੰਦੇ ਆ, 1.25 ਲੱਖ ਸੇ ਇੱਕ ਲੜਾਊ। ਜਦੋਂ ਇੱਕ ਹੋ ਜਾਂਦਾ ਹੈ ਫਿਰ ਭਾਵੇਂ ਚੌਗਣੇ ਆ ਜਾਣ, ਲੱਖਾਂ ਕਰੋੜਾਂ ਆ ਜਾਣ ਸਾਹਮਣੇ, ਸਵਾਲ ਕਰਨ ਤੇ ਜਵਾਬ ਦਿੰਦਾ। ਤੇ ਜਦੋਂ ਕਿਤੇ ਬਾਹੂ ਵੱਲ ਦੀ ਗੱਲ ਵੀ ਆਉਂਦੀ ਆ ਉਦੋਂ ਵੀ ਟੱਕਰਦਾ, ਫਿਰ ਸਰੀਰ ਕਰਕੇ ਵੀ ਟੱਕਰਦਾ, ਤੇ ਜੇ ਕੋਈ ਵਿਚਾਰਾਂ ਨਾਲ ਆਉਂਦਾ ਵਿਚਾਰਾਂ ਨਾਲ ਵੀ ਟੱਕਰਦਾ। ਪਰ ਕਿਸੇ ਤੇ ਰੋਸ ਨਹੀਂ ਕਰਦਾ, ਨਫ਼ਰਤ ਕਰਕੇ ਕਿਸੇ ਦਾ ਬੁਰਾ ਨਹੀਂ ਕਰਦਾ, ਫਿਰ ਵੀ ਉਹਨਾਂ ਦੇ ਭਲੇ ਵਾਸਤੇ ਹੀ ਗੱਲ ਕਰਦਾ। ਚਾਹੇ ਸ਼ਬਦੀ ਜੰਗ ਕਰਦਾ, ਚਾਹੇ ਹਥਿਆਰੀ ਜੰਗ ਕਰਦਾ, ਭਲੇ ਵਾਸਤੇ ਕਰਦਾ। ਸੋ ਜੀਵ ਦੇ ਨਾਲ ਪੜ੍ਹਨਾ, ਤੇ ਵੈਸੇ ਵੀ ਜੀਵ ਸਾਨੂੰ ਪੜ੍ਹਨ ਤੇ ਬੋਲਣ ਵਾਸਤੇ ਮਿਲੀ ਹੈ। ਸਮਝਣਾ, ਜਾਣਨਾ, ਪਛਾਣਨਾ ਇਹ ਕੰਮ ਬੁੱਧੀ ਦਾ। ਸੋ ਜੋ ਬਾਹਰੀ ਮੱਤਾਂ ਦੇ ਜਪ ਹਨ ਕਿ ਕਿਸੇ ਇੱਕ ਸ਼ਬਦ ਨੂੰ ਲੈ ਕੇ ਬਾਰ-ਬਾਰ ਪੜ੍ਹੀ ਜਾਣਾ, ਉਹ ਅਸਲ ਵਿੱਚ ਪੜ੍ਹਨਾ ਹੀ ਹੈ। ਸੋ ਗੁਰਮਤਿ ਵਿੱਚ ਜਿਹੜਾ ਅਸਲੀ ਗੁਰਮਤਿ ਦਾ ਜਪ ਹੈ, ਉਹ ਹੈ ਕਿਸੇ ਲਿਖੀ ਚੀਜ਼ ਨੂੰ ਪੜ੍ਹ ਲੈਣਾ ਤੇ ਪੜ੍ਹ ਕੇ ਉਹਨੂੰ ਵਾਰ-ਵਾਰ ਸਮਝਦੇ ਰਹਿਣਾ, ਉਹਦੀ ਵਿਚਾਰ ਕਰਦੇ ਰਹਿਣਾ ਤੇ ਉਹਨੂੰ ਫਿਰ ਮੰਨਣਾ। ਇਹ ਗੁਰਮਤਿ ਦਾ ਜਪ ਹੈ। ਇਹ ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਗੁਰਮਤਿ ਦੇ ਜਪ ਦੇ ਧਾਰਨੀ ਬਣੀਏ, ਗੁਰਮਤਿ ਦੁਆਰਾ ਆਪਣੇ ਜੀਵਨ ਨੂੰ ਬਤੀਤ ਕਰੀਏ। ਜਦੋਂ ਅਸੀਂ ਸੰਸਾਰ ਦੇ ਵਿੱਚ ਗੁਰਮਤਿ ਦੀ ਵਿਚਾਰ ਕਰਦੇ ਹਾਂ ਤਾਂ ਸਾਨੂੰ ਗੁਰਬਾਣੀ ਇਹ ਢੰਗ ਵੀ ਦੱਸਦੀ ਹੈ, ਵਿਚਰਨ ਦਾ ਢੰਗ ਵੀ ਦੱਸਦੀ ਹੈ ਕਿ ਸੰਸਾਰ 'ਚ ਤੁਸੀਂ ਵਿਚਰਨਾ ਕਿਵੇਂ। ਜਦੋਂ ਗੁਰਮੁਖ ਸੰਸਾਰ ਵਿੱਚ ਵੀ ਵਿਚਰਦਾ ਤਾਂ ਉਹਦੀ ਜਿਹੜੀ ਸੋਚ ਹੈ ਉਹ ਨਿਰਾਕਾਰੀ ਹੋਈ ਹੁੰਦੀ ਹੈ, ਉਹਦੀ ਸੋਚ ਦੇ ਅੰਦਰ ਮੈਲ ਨਹੀਂ ਹੁੰਦੀ। ਤਾਂ ਹੀ ਗੁਰਬਾਣੀ 'ਚ ਲਿਖਿਆ ਨਾ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਉਹ ਇਸ ਭਵ ਸਾਗਰ ਦੇ ਅੰਦਰ ਜਿਹੜੀ ਮਾਇਆ, ਇਹ ਸਾਰੀ ਝੂਠ ਹੈ, ਇਹ ਸੰਸਾਰ ਝੂਠਾ ਹੈ। ਇਹ ਝੂਠੇ ਦੇ ਅੰਦਰ ਸੱਚ ਵੀ ਕੁਛ ਹੈ, ਉਹ ਹੈ ਜੋਤ, ਉਹ ਹੈ ਆਤਮਾ। ਉਹ ਆਤਮਾ ਬਾਰੇ ਇੱਥੇ ਵੀ ਬੋਲਦੇ ਆ, ਨਾਨਕ ਦਾਸ ਮੁਖ ਤੇ ਜੋ ਬੋਲੇ, ਮੁਖ ਤੋਂ ਜੋ ਵੀ ਬੋਲਦੇ ਉਹ ਆਤਮਾ ਬਾਰੇ ਬੋਲਦੇ। ਇਹਾਂ ਉਹਾਂ ਸੱਚ ਹੋਵੇ, ਕਿਉਂਕਿ ਉੱਥੇ ਵੀ ਸੱਚ ਹੀ ਹੋਣਾ, ਕਿਉਂਕਿ ਉਹਨਾਂ ਨੇ ਉੱਥੇ ਵੀ ਆਤਮਾ ਬਾਰੇ ਗੱਲ ਕੀਤੀ ਹੈ। ਉਹ ਕਹਿਣਗੇ ਵੀ ਇਹ ਜੀ ਆਤਮਾ ਬਾਰੇ ਕਹਿ ਕੇ ਆਇਆ, ਇਹਨੇ ਸਰੀਰ ਬਾਰੇ ਕੋਈ ਗੱਲ ਨਹੀਂ ਕੀਤੀ। ਆਤਮਾ ਸੱਚ ਸਰੂਪ ਹੈ। ਸਤਿਗੁਰ ਸਭਨਾਂ ਦਾ ਭਲਾ ਮਨਾਇਆ, ਸਭ ਦਾ ਭਲਾ ਚਾਹੁੰਦੇ, ਕਿਉਂਕਿ ਆਤਮਾ ਕਰਕੇ। ਸੋ ਇਹ ਗੁਰਮਤਿ ਵਾਲਾ ਜਪ ਹੈ। ਸੰਸਾਰ ਵਿੱਚ ਕਰਨਾ, ਇਹ ਕਰਨਾ ਹੀ ਪੈਣਾ ਕਿ ਜਿਹੜਾ ਇਹਾਂ ਉਹਾਂ ਸੱਚ ਹੋਵੇ। ਸੋ ਇਸੇ ਤਰ੍ਹਾਂ ਹੀ ਇਹ ਗੁਰਮੁਖਾਂ ਦਾ ਜਪ ਹੈ, ਜਿਹੜਾ ਸਿਰਫ ਮਨ ਬੁੱਧੀ ਦੁਆਰਾ ਹੀ ਕੀਤਾ ਜਾਂਦਾ ਹੈ,
ਜਿਹੜਾ ਹਿਰਦੇ ਵਿੱਚ ਕੀਤਾ ਜਾਂਦਾ ਹੈ। ਜਿੱਥੇ ਵੀ ਗੁਰਮਤ ਦਾ ਜਪ ਆਊਗਾ ਉਹਦੇ ਥੱਲੇ ਔਂਕੜ ਹੋਊਗੀ। ਜਿੱਥੇ ਜਪ ਸ਼ਬਦ ਆਉਂਦਾ ਮੁਕਤਾ, ਉੱਥੇ ਆਉਂਦਾ ਸੰਸਾਰੀਆਂ ਵਾਸਤੇ, ਜਿਹੜੇ ਸੰਸਾਰੀ ਧਾਰਮਿਕ ਲੋਕ ਜਪਦੇ ਆ। ਜਿੱਥੇ ਜਪ ਦੇ ਸਿਹਾਰੀ ਪੈ ਜਾਂਦੀ ਹੈ, ਉੱਥੇ ਪ੍ਰਕਰਨ ਦੇ ਹਿਸਾਬ ਹੁੰਦਾ ਵੀ ਜਿਹਨੇ ਕਿਹੜਾ ਜਪ ਧਾਰਨ ਕੀਤਾ, ਸੰਸਾਰੀ ਜਪ ਧਾਰਨ ਕੀਤਾ ਜਾਂ ਨਿਰਾਕਾਰੀ ਜਪ ਧਾਰਨ ਕੀਤਾ। ਜਿਵੇਂ ਇੱਥੇ ਪਾਤਸ਼ਾਹ ਨੇ ਲਿਖਿਆ, ਬਾਰੰਬਾਰ ਬਾਰ ਪ੍ਰਭ ਜਪੀਐ। ਜਿਨ੍ਹਾਂ ਨੇ ਪਹਿਲਾਂ ਆਪਾਂ ਤੋਂ ਉਸ ਪ੍ਰਭ ਨੂੰ ਜਪਿਆ ਹੈ, ਉਹਨਾਂ ਨੇ ਹੀ ਸਾਨੂੰ ਦੱਸਿਆ ਹੈ ਵੀ ਭਾਈ ਤੁਸੀਂ ਵੀ ਬਾਰ-ਬਾਰ ਉਹਨੂੰ ਜਪਣਾ, ਉਹਨੂੰ ਸਮਝਣਾ। ਇਸੇ ਤਰ੍ਹਾਂ ਹੀ ਅਸੰਖ ਜਪ ਅਸੰਖ ਭਾਉ। ਹੁਣ ਜਦੋਂ ਜਪ ਵੱਖੋ ਵੱਖਰੇ ਨੇ, ਮੱਤਾਂ ਸਭ ਦੀਆਂ ਵੱਖੋ ਵੱਖਰੀਆਂ ਨੇ, ਤੇ ਹਰ ਇੱਕ ਜਪ ਦੇ ਮਗਰ ਭੁੱਖ ਵੀ ਖੜੀ ਹੈ, ਹਰ ਇੱਕ ਜਪ ਦੇ ਮਗਰ ਇੱਛਾ ਵੀ ਖੜੀ ਹੈ। ਜਿਹੜੇ ਸੰਸਾਰੀ ਧਾਰਮਿਕ ਲੋਕ ਨੇ ਉਹ ਵੀ ਜਪ ਕਰਵਾਉਂਦੇ ਨੇ, ਉਹਨਾਂ ਦੀ ਜਪ ਦੇ ਪਿੱਛੇ ਮਾਇਆ ਦੀ ਇੱਛਾ ਹੁੰਦੀ ਹੈ। ਭਾਵੇਂ ਉਹ ਗੁਰਬਾਣੀਓ ਜਪਦੇ, ਪਰ ਉਹਨਾਂ ਦੀ ਇੱਛਾ ਸੰਸਾਰ ਵਾਸਤੇ ਹੁੰਦੀ ਹੈ, ਸੰਸਾਰੀ ਵਸਤੂਆਂ ਵਾਸਤੇ ਹੁੰਦੀ ਹੈ, ਮਾਇਆ ਵਾਸਤੇ ਹੁੰਦੀ ਹੈ। ਔਰ ਮਾਇਆ ਦੀ ਭੁੱਖ ਵੀ ਵੰਨ-ਸੁਵੰਨੀ ਹੈ, ਕੋਈ ਕੁਛ ਮੰਗਦਾ, ਕੋਈ ਕੁਛ ਮੰਗ ਰਿਹਾ, ਕੋਈ ਕੁਛ ਮੰਗ ਰਿਹਾ। ਜਦ ਕਿ ਗੁਰਬਾਣੀ ਨੇ ਗੱਲ ਆਖੀ ਹੈ, ਜੋ ਕਿਛ ਪਾਇਆ ਸੋ ਇੱਕਾ ਬਾਰ, ਵੀ ਜੋ ਕੁਛ ਦੇਣਾ ਸੀ ਤੁਹਾਡੇ ਸਰੀਰ ਵਾਸਤੇ ਪਰਮੇਸ਼ਰ ਨੇ ਦੇਤਾ। ਉਹ ਹੁਣ ਤੁਹਾਡੇ ਸਾਹਮਣੇ ਹੈ। ਜਿਹੋ ਜਿਹਾ ਸਮਾਂ ਬਦਲਦਾ, ਉਸ ਸਮੇਂ ਦੇ ਮੁਤਾਬਕ ਤੁਸੀਂ ਵਸਤੂ ਨੂੰ ਪ੍ਰਾਪਤ ਕਰ ਲਓ। ਨਾਲ ਦੀ ਨਾਲ ਸਾਨੂੰ ਗਿਆਨ ਵੀ ਆਈ ਜਾਂਦਾ। ਉਹ ਜਿਹੇ ਗਿਆਨ ਦੇ ਮੁਤਾਬਕ ਸਰੀਰ ਦੀਆਂ ਲੋੜਾਂ ਪੂਰੀਆਂ ਕਰੋ। ਗੁਰਮੁਖ ਸਿਰਫ ਸਰੀਰ ਦੀ ਲੋੜ ਪੂਰੀ ਕਰਦਾ, ਭੁੱਖ ਨਹੀਂ ਪੈਦਾ ਕਰਦਾ। ਗੁਰਮੁਖਾਂ ਦੇ ਅੰਦਰ ਵੀ ਭੁੱਖ ਹੈ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਏ ਦੁੱਖ। ਜਿਵੇਂ ਬਾਹਰਲੇ ਸਰੀਰ ਦੀ ਭੁੱਖ ਮਿਟਾਉਣ ਵਾਸਤੇ ਰੋਟੀ ਖਾ ਕੇ ਭੁੱਖ ਮਿਟ ਜਾਂਦੀ ਹੈ, ਇਸੇ ਤਰ੍ਹਾਂ ਗੁਰਮੁਖਾਂ ਦੀ ਆਤਮਿਕ ਭੋਜਨ ਖਾਣ ਦੇ ਨਾਲ ਮਾਇਆ ਦੀ ਇੱਛਾ ਖਤਮ ਹੋ ਜਾਂਦੀ ਹੈ। ਅਸੰਖਾਂ ਹੀ ਜਪ ਨੇ, ਅਸੰਖਾਂ ਹੀ ਭੁੱਖਾਂ ਨੇ। ਹਰ ਇੱਕ ਦੀ ਆਪੋ ਆਪਣੀ ਭੁੱਖ ਹੈ, ਹਰ ਕੋਈ ਆਪੋ ਆਪਣੀ ਭੁੱਖ ਦੇ ਮੁਤਾਬਕ ਲੱਗਿਆ ਹੋਇਆ। ਸੋ ਗੁਰਮੁਖਾਂ ਦੇ ਅੰਦਰ ਭੁੱਖ ਹੁੰਦੀ ਹੈ ਨਾਮ ਦੀ, ਕਿ ਸਾਨੂੰ ਨਾਮ ਮਿਲੇ, ਵੱਧ ਤੋਂ ਵੱਧ ਗੁਰਬਾਣੀ ਦੀ ਸੋਝੀ ਆਵੇ, ਵੱਧ ਤੋਂ ਵੱਧ ਅਸੀਂ ਗੁਰਬਾਣੀ ਦੀ ਸੋਝੀ ਪ੍ਰਾਪਤ ਕਰਕੇ ਉਹਦੇ ਅਨੁਸਾਰ ਆਪਣਾ ਜੀਵਨ ਬਤੀਤ ਕਰੀਏ। ਜੇ ਕੋਈ ਸਾਡਾ ਮਿੱਤਰ ਪਿਆਰਾ ਸੰਗੀ ਸਾਥੀ ਸਾਡੇ ਨਾਲ ਬੈਠਦਾ ਹੈ, ਵਿਚਾਰ ਕਰਦਾ ਹੈ, ਤਾਂ ਅਸੀਂ ਉਹਦੇ ਨਾਲ ਵੀ ਗੱਲ ਇਹੀ ਪੱਖ ਤੋਂ ਕਰੀਏ ਕਿ ਸਮਾਂ ਬਹੁਤ ਥੋੜ੍ਹਾ ਹੈ, ਜਿੰਨਾ ਹੋ ਸਕੇ ਵੱਧ ਤੋਂ ਵੱਧ ਕਿਛ ਲਾਹੇ ਉੱਪਰ ਘਾਲੀਏ, ਵੱਧ ਤੋਂ ਵੱਧ ਸੋਝੀ ਪ੍ਰਾਪਤ ਕਰੀਏ, ਤੇ ਜਿੰਨੀ ਸੋਝੀ ਪ੍ਰਾਪਤ ਕੀਤੀ ਹੈ ਦੂਜਿਆਂ ਨਾਲ ਵੀ ਸਾਂਝੀ ਕਰੀਏ। ਇਹ ਸਮਾਂ ਹੈ। ਪਾਤਸ਼ਾਹ ਵੀ ਕਹਿੰਦੇ ਅਜੋਂ ਕਿਛ ਵਿਗੜਿਓ ਨਾ, ਕਹਿੰਦੇ ਹਜੇ ਵੀ ਕੁਛ ਨਹੀਂ ਵਿਗੜਿਆ। ਇਸ ਸਮੇਂ ਨੂੰ ਸੰਭਾਲ, ਇਹਨੂੰ ਵਿਚਾਰ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਤੂੰ ਸੰਸਾਰੀ ਭੁੱਖ ਛੱਡ, ਸੰਸਾਰੀ ਵਸਤੂਆਂ ਤੇਰੇ ਕੋਲ ਨੇ, ਜਿੰਨੀ ਕੁ ਲੋੜ ਹੈ ਵਰਤ ਲੈ, ਤੇ ਵੱਧ ਤੋਂ ਵੱਧ ਗੁਰਬਾਣੀ ਦੀ ਸੋਝੀ ਪ੍ਰਾਪਤ ਕਰ, ਨਾਮ ਦੀ ਸੋਝੀ ਪ੍ਰਾਪਤ ਕਰ। ਬਾਰ ਬਾਰ ਗੁਰਬਾਣੀ ਨੂੰ, ਨਾਮ ਨੂੰ ਜਪ, ਗੁਰਬਾਣੀ ਜਪ, ਤਾਂ ਕਿ ਤੇਰਾ ਜੀਵਨ ਸਫਲ ਹੋ ਸਕੇ। ਇੱਥੋਂ ਤੱਕ ਕਿ ਜਪ ਦੀ ਜੋ ਮੁਕੰਮਲ ਵਿਚਾਰ ਸੀ, ਜਿੰਨੀ ਕੁ ਗੁਰਬਾਣੀ ਨੇ ਸੋਝੀ ਦਿੱਤੀ, ਦਾਸ ਨੇ ਕੀਤੀ ਹੈ। ਅਗਲੀ ਵਿਚਾਰ ਜੇ ਗੁਰ ਨੇ ਕਿਰਪਾ ਕੀਤੀ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।